ਪੁਲਿਸ ਨੂੰ ਪ੍ਰਸ਼ਾਸਨ ਤੇ ਕੰਮ ਕਰਨਾ ਚਾਹੀਦਾ। ਪਬਲਿਕ ਕੀ ਹੈ, ਕੱਲਾ ਇਹ ਨਹੀਂਗਾ ਕਿ ਲਾਅ ਕੀ ਹੈ। ਲਾਅ ਕਿਹਦੇ ਲਈ ਬਣਿਆਗਾ? ਪਬਲਿਕ ਲਈ ਬਣਿਆ ਨਾ। ਲਾਅ ਕੀ ਇਸ ਲਾਅ ਲਈ ਤਾਂ ਨਹੀਂ ਬਣਿਆ। ਅਮਰਤ ਭੁੱਲਰ ਆ ਜਿਹੜਾ, ਜੈਪਾਲ ਭੁੱਲਰ ਦਾ ਭਰਾ, ਉਹ ਉੱਥੇ ਆਇਆ ਹੋਇਆ ਹੈਗਾ। ਪੁਲਿਸ ਨੂੰ ਕਹਿ ਰਿਹਾ ਯਾਰ ਮੈਂ ਇੱਥੇ ਖੜਾ, ਮੈਂ ਭੱਜ ਥੋੜੀ ਜਾਊਂ, ਇੰਨੀ ਪੁਲਿਸ ਆ, ਮੈਨੂੰ ਆਪਦੇ ਭਰਾ ਨੂੰ ਜੱਫੀ ਪਾ ਕੇ ਮਿਲ ਲੈਣ ਦਿਓ ਮੈਨੂੰ। ਹਾਂ ਤੁਸੀਂ ਮੇਰੀ ਹੱਥ ਕਰ, ਤੁਸੀਂ ਮੈਨੂੰ ਥੋੜਾ ਜਿਹਾ ਖੁੱਲਾ ਇੱਥੇ ਤਾਂ ਇਹੋ ਜਿਹਾ ਮੌਕਾ ਮੈਨੂੰ ਛੱਡ ਦਿਓ। ਤਾਂ ਪੁਲਿਸ ਕੋਲੇ ਸਭ ਤੋਂ ਵਧੀਆ ਮੌਕਾ ਸੀ ਆਪਦੀ ਇਮੇਜ ਨੂੰ ਠੀਕ ਕਰਨ ਦਾ। ਪੁਲਿਸ ਨੂੰ ਚਾਹੀਦਾ ਸੀ ਉਹਨੂੰ ਮਿਲਣ ਦੇ। ਇੱਕ ਉਹਨਾਂ ਦੇ ਘਰ ਦਾ ਜੀ ਚਲਾ ਗਿਆ, ਉਹਨਾਂ ਲਈ ਤਾਂ ਉਹੀ ਹੈ ਨਾ। ਤੁਹਾਡੇ ਲਈ ਉਹ ਗੈਂਗਸਟਰ ਸੀਗਾ, ਉਹਨਾਂ ਲਈ ਤਾਂ ਉਹਨਾਂ ਦਾ ਪੁੱਤ ਆ, ਉਹਨਾਂ ਦਾ ਭਰਾ ਹੈਗਾ। ਉਹੇ ਜਿਹੇ ਮੌਕੇ ਤੇ ਤੁਹਾਨੂੰ ਖੁੱਲ੍ਹ ਦਿਖਾਉਣੀ ਚਾਹੀਦੀ ਸੀ। ਜਿਵੇਂ ਐਨਕਾਊਂਟਰ ਹੋਇਆ ਸੀ ਜੈਪਾਲ ਦਾ ਤੇ ਜੱਸੀ ਖਰੜ ਦਾ, ਉਹਦੇ ਵਿੱਚ ਵੀ ਸੀ ਕਿ ਉਹਨਾਂ ਨੂੰ ਫੜਿਆ ਵੀ ਜਾ ਸਕਦਾ ਸੀ। ਜਿਵੇਂ ਤੁਸੀਂ ਕਿਤਾਬ ਵੀ ਲਿਖੀ ਹੈ ਕਿਹੜਾ ਪੰਜਾਬ, ਉਹਦੇ ਵਿੱਚ ਵੀ ਤੁਸੀਂ ਜ਼ਿਕਰ ਕੀਤਾ ਹੈ ਨਾ, ਸਿਰਫ ਕਿਤਾਬਾਂ 'ਚ ਰਹਿ ਜਾਂਦਾ ਜਾਂ ਫਿਰ ਮੈਨੂੰ ਲੱਗਦਾ ਜਿਵੇਂ ਮੈਂ ਕੱਲ੍ਹ ਇਹ ਘਟਨਾ ਦੇਖ ਰਿਹਾ ਸੀ, ਮੰਨ ਲਓ ਅਮਰਤ ਭੁੱਲਰ ਆ ਜਿਹੜਾ, ਜੈਪਾਲ ਭੁੱਲਰ ਦਾ ਭਰਾ, ਉਹ ਉੱਥੇ ਆਇਆ ਹੋਇਆ ਹੈਗਾ। ਪੁਲਿਸ ਨੂੰ ਪ੍ਰਸ਼ਾਸਨ ਤੇ ਕੰਮ ਕਰਨਾ ਚਾਹੀਦਾ। ਪਬਲਿਕ ਕੀ ਹੈ, ਕੱਲਾ ਇਹ ਨਹੀਂਗਾ ਕਿ ਲਾਅ ਕੀ ਹੈ। ਲਾਅ ਕਿਹਦੇ ਲਈ ਬਣਿਆਗਾ? ਪਬਲਿਕ ਲਈ ਬਣਿਆ ਨਾ। ਲਾਅ ਕੀ ਇਸ ਲਾਅ ਲਈ ਤਾਂ ਨਹੀਂ ਬਣਿਆ। ਕੋਈ ਵੀ ਚੀਜ਼ ਕੋਈ ਐਂ ਤਾਂ ਨਹੀਂ ਹੁੰਦਾ ਕਰਨੀ ਵੀ ਲਾਅ ਆ ਤੇ ਲਾਅ ਲਈ ਬਣਿਆ। ਲਾਅ ਲਈ ਨਹੀਂ ਬਣਿਆ, ਲਾਅ ਲੋਕਾਂ ਲਈ ਬਣਿਆ। ਜੇ ਲਾਅ 'ਚ ਅਮੈਂਡਮੈਂਟ ਨਹੀਂ ਕਰ ਸਕਦੇ, ਅਮੈਂਡਮੈਂਟਾਂ ਚਲੋ ਹੁੰਦਾ ਵੀ ਅਮੈਂਡਮੈਂਟ ਨਹੀਂ ਹੋਈ, ਮੈਂ ਤਾਂ ਅਕਸਰ ਕਹਿਣਾ ਪੁਲਿਸ ਰਿਫਾਰਮ ਹੋਣੇ ਚਾਹੀਦੇ ਆ, ਲਾਅ 'ਚ ਰਿਫਾਰਮ ਹੋਣੇ ਚਾਹੀਦੇ ਆ, ਜੁਡੀਸ਼ੀਅਲ ਰਿਫਾਰਮ ਹੋਣੇ ਚਾਹੀਦੇ ਇਸ ਦੇਸ਼ ਦੇ ਅੰਦਰ। ਅੰਗਰੇਜ਼ਾਂ ਵੇਲੇ ਦੇ ਚੱਲੇ ਆਉਂਦੇ ਨੇ। ਮੰਨ ਲਓ ਤੁਸੀਂ ਰਿਫਾਰਮ ਲਾਅ 'ਚ ਨਹੀਂ ਕਰ ਸਕਦੇ, ਤੁਸੀਂ ਆਪਣੇ ਐਟੀਟਿਊਡ 'ਚ ਤਾਂ ਰਿਫਾਰਮ ਕਰ ਸਕਦੇ ਹੋ ਨਾ। ਜਿਹੜਾ ਤੁਹਾਡਾ ਉਹ ਐਟੀਟਿਊਡ ਆ, ਜਿਹੜਾ ਪਬਲਿਕ ਓਪੀਨੀਅਨ ਕੀ ਹੈ, ਪਬਲਿਕ ਪਰਸੈਪਸ਼ਨ ਕੀ ਹੈ। ਕਿਉਂ ਇਹਨਾਂ ਨੂੰ ਮੁੰਡੇ ਜਿਹੜੇ ਨਵੇਂ ਮੁੰਡੇ ਇਹਨਾਂ ਸੈਲੀਬ੍ਰੇਟ ਕਰਦੇ ਨੇ। ਜਿਵੇਂ ਕੱਲ੍ਹ ਦੀ ਗੱਲ ਮੈਂ ਦੱਸਦਾ ਤੁਹਾਨੂੰ, ਜਦੋਂ ਸੰਸਕਾਰ 'ਤੇ ਆਇਆ ਅਮਰਤਪਾਲ ਦਾ, ਮੈਂ ਵਿਜ਼ੂਅਲ ਦੇਖ ਰਿਹਾ ਸੀ, ਇਸ ਤਾਂ ਮੌਕੇ 'ਤੇ ਨਹੀਂ ਸੀ। ਉਹ 'ਚੋਂ ਪੁਲਿਸ ਨੂੰ ਕਹਿ ਰਿਹਾ ਯਾਰ ਮੈਂ ਇੱਥੇ ਖੜਾ, ਮੈਂ ਭੱਜ ਥੋੜੀ ਜਾਊਂ, ਇੰਨੀ ਪੁਲਿਸ ਆ, ਮੈਨੂੰ ਆਪਦੇ ਭਰਾ ਨੂੰ ਜੱਫੀ ਪਾ ਕੇ ਮਿਲ ਲੈਣ ਦਿਓ ਮੈਨੂੰ। ਹਾਂ ਤੁਸੀਂ ਮੇਰੀ ਹੱਥ ਕਰ, ਤੁਸੀਂ ਮੈਨੂੰ ਥੋੜਾ ਜਿਹਾ ਖੁੱਲਾ ਇੱਥੇ ਤਾਂ ਇਹੋ ਜਿਹਾ ਮੌਕਾ ਮੈਨੂੰ ਛੱਡ ਦਿਓ। ਤਾਂ ਪੁਲਿਸ ਕੋਲੇ ਸਭ ਤੋਂ ਵਧੀਆ ਮੌਕਾ ਸੀ ਆਪਦੀ ਇਮੇਜ ਨੂੰ ਠੀਕ ਕਰਨ ਦਾ। ਪੁਲਿਸ ਦੀ ਇਮੇਜ ਠੀਕ ਹੋਣੀ ਸੀ ਉਸ ਗੱਲ ਨਾਲ ਕਿ ਯਾਰ ਪੁਲਿਸ ਵਾਲੇ ਵੀ ਬੰਦੀ ਹੁੰਦੇ ਨੇ, ਪੁਲਿਸ ਵਾਲੇ ਵੀ ਇਹ ਨਹੀਂਗਾ। ਇਮੇਜ ਬਣਾਉਣ ਦੇ ਲਈ ਤੁਹਾਨੂੰ ਪ੍ਰਚਾਰ ਕਰਨਾ, ਜਿਹੜਾ ਮੀਡੀਆ 'ਚ ਪ੍ਰਚਾਰ ਕਰਦੇ ਹੋ ਜਾਂ ਐਡ ਦਿੰਦੇ ਹੋ, ਇਸ਼ਤਿਹਾਰ ਦਿੰਦੇ ਹੋ, ਉਹਦੀ ਲੋੜ ਨਹੀਂ ਹੁੰਦੀ। ਇਮੇਜ ਬਣਾਉਣ ਦੇ ਲਈ ਮੌਕੇ ਹੁੰਦੇ ਨੇ। ਉਹ ਮੌਕਿਆਂ ਦੇ ਉੱਤੇ ਤੁਹਾਨੂੰ ਆਪਣੀ ਇਮੇਜ ਬਿਲਡ ਕਰਨੀ ਚਾਹੀਦੀ ਹੈਗੀ। ਪੁਲਿਸ ਨੂੰ ਚਾਹੀਦਾ ਸੀ ਉਹਨੂੰ ਮਿਲਣ ਦੇ। ਇੱਕ ਉਹਨਾਂ ਦੇ ਘਰ ਦਾ ਜੀ ਚਲਾ ਗਿਆ, ਉਹਨਾਂ ਲਈ ਤਾਂ ਉਹੀ ਹੈ ਨਾ। ਤੁਹਾਡੇ ਲਈ ਉਹ ਗੈਂਗਸਟਰ ਸੀਗਾ, ਉਹਨਾਂ ਲਈ ਤਾਂ ਉਹਨਾਂ ਦਾ ਪੁੱਤ ਆ, ਉਹਨਾਂ ਦਾ ਭਰਾ ਹੈਗਾ। ਉਹੇ ਜਿਹੇ ਮੌਕੇ ਤੇ ਤੁਹਾਨੂੰ ਖੁੱਲ੍ਹ ਦਿਖਾਉਣੀ ਚਾਹੀਦੀ ਸੀ। ਦੂਜੀ ਗੱਲ, ਜਦੋਂ ਮੈਂ ਤੁਹਾਨੂੰ ਦੱਸ ਰਿਹਾ ਕਿਹੜਾ ਪੰਜਾਬ, ਜਦੋਂ ਮੈਂ ਕਿਤਾਬ ਲਿਖੀ ਹੈ, ਮੇਰੇ ਹੱਥ 'ਚ ਹੀ ਹੈ ਕਿਤਾਬ, ਤੇ ਉਦੋਂ ਮੈਂ ਬਹੁਤ ਸਾਰੇ ਘਰਾਂ 'ਚ ਗਿਆ ਗਾ। ਉਦੋਂ ਅਸੀਂ ਜਾ ਕੇ ਦੇਖਿਆ ਕਿ ਉਹ ਕੀ ਸੋਚਦੇ ਸੀਗੇ। ਮਾਪਿਆਂ ਨੇ, ਸਾਰਿਆਂ ਨੇ, ਮੈਂ ਸ਼ੇਰਾ ਕੁੱਬਣ, ਵੱਡੇ ਜਿੰਨੇ ਗੈਂਗਸਟਰ ਨੇ, ਇਹਨਾਂ ਦੇ ਮਾਪਿਆਂ ਨਾਲ ਜਾ ਕੇ ਗੱਲਾਂ ਕੀਤੀਆਂ। ਤੇ ਮੈਂ ਉਸ ਕਿਤਾਬ 'ਚੋਂ ਕੁਛ ਜ਼ਰੂਰੀ ਚੀਜ਼ਾਂ ਤੁਹਾਨੂੰ ਜ਼ਰੂਰ ਪੜ੍ਹ ਕੇ ਸੁਣਾਉਣਾ ਗਾ ਕਿ ਕਿਵੇਂ ਮਤਲਬ ਕੰਮ ਕਿਵੇਂ ਕਰਦਾ ਨਾ। ਮੈਂ ਇਹਦੀ ਸ਼ੁਰੂਆਤ ਇਸ ਪੀਸ ਦੀ ਸੀਗੀ ਕਿਉਂਕਿ ਖਾੜਕੂ ਬਾਅਦ ਜਦੋਂ ਖਤਮ ਹੁੰਦਾ ਪੰਜਾਬ ਦੇ ਅੰਦਰ, ਖਾੜਕੂ ਲਹਿਰ, ਉਹ ਤੋਂ ਬਾਅਦ ਇਹ ਗੈਂਗਸਟਰ ਫਨੋਮਨਾ ਪੈਦਾ ਹੁੰਦਾ। ਤਾਂ ਇਹ ਬਹੁਤ ਡੂੰਘੇ ਸਵਾਲ ਨੇ ਕਿ ਪੰਜਾਬ ਦੇ ਅੰਦਰ ਜਿਹੜੀ ਹਿੰਸਾ, ਵਾਇਲੈਂਸ ਦਾ ਪੰਜਾਬ ਨਾਲ ਰਿਲੇਸ਼ਨ ਕੀ ਹੈ। ਵਾਇਲੈਂਸ ਦਾ ਪੰਜਾਬ ਨਾਲ, ਕਿਉਂਕਿ ਧਾੜਵੀ ਆਉਂਦੇ ਸੀ ਪੰਜਾਬ 'ਚ, ਉਹ ਧਾੜਵੀਆਂ ਨੂੰ ਰੋਕਣ ਦੇ ਲਈ ਪੰਜਾਬੀ ਜਿਹੜੀ ਜੁਝਾਰੂ ਕੌਮ ਕਹੀ ਜਾਂਦੀ ਆ, ਉੱਥੋਂ ਹੀ ਬਣਦੀ ਆ। ਲੜਨ ਮਰਨ ਵਾਲੀ ਕੌਮ ਆ। ਉਹਨਾਂ ਇਸ ਦੇਸ਼ ਦੇ ਸਾਰੇ ਹਮਲਿਆਂ ਨੂੰ ਕਿਹਨਾਂ ਨੇ ਰੋਕਿਆ? ਇਸ ਦੇਸ਼ ਦੇ ਹਮਲਿਆਂ, ਹੋਣ ਵਾਲੇ ਹਮਲਿਆਂ ਤੇ ਸਭ ਤੋਂ ਪਹਿਲਾਂ ਦੁਸ਼ਮਣਾਂ ਮੂਹਰੇ ਖੜਾ ਕੌਣ ਹੁੰਦਾ ਸੀਗਾ? ਪੰਜਾਬੀ ਖੜੇ ਹੁੰਦੇ ਸੀਗੇ। ਤਾਂ ਉਹ ਕਿਤੇ ਨਾ ਕਿਤੇ, ਜਦੋਂ ਤੁਸੀਂ ਇੱਕ ਲੰਮੀ ਪ੍ਰੈਕਟਿਸ ਵਾਇਲੈਂਸ ਦੀ 'ਚ ਰਹਿੰਦੇ ਹੋ, ਜਿਵੇਂ ਗੱਲ ਕਹੀ ਜਾਂਦੀ ਹੈ ਕਿ ਚੀਨ ਦੇ ਅੰਦਰ ਜਦੋਂ ਰੈਵੋਲੂਸ਼ਨ ਹੋਇਆ ਤਾਂ ਉੱਥੇ ਰੈਵੋਲੂਸ਼ਨ ਤੋਂ ਬਾਅਦ ਵਾਇਲੈਂਸ ਬਹੁਤ ਹੋਇਆ। ਕਿਸੇ ਵੀ ਸੋਸਾਇਟੀ ਜਦੋਂ ਰੈਵੋਲੂਸ਼ਨ ਹੁੰਦੇ ਨੇ, ਕੋਈ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਤਾਂ ਵਾਇਲੈਂਸ ਵੱਧ ਜਾਂਦਾ। ਤੇ ਵਾਇਲੈਂਸ ਕਿਉਂ ਵਧਿਆ? ਕਿਉਂਕਿ ਆਦਤ ਪੈ ਗਈ ਸੀ ਲੋਕਾਂ ਨੂੰ। ਉਦੋਂ ਪੂਰੀ ਇੱਕ ਮੂਵਮੈਂਟ ਚੱਲ ਰਹੀ ਸੀ, ਸਾਰਿਆਂ ਬੰਦਿਆਂ ਕੋਲ ਹਥਿਆਰ ਸੀ। ਕਹਿੰਦੇ ਉੱਥੇ ਬਾਅਦ 'ਚੋਂ ਘਰਾਂ 'ਚ ਵੀ ਲੜਾਈਆਂ ਹੋ ਜਾਂਦੀਆਂ ਸੀ, ਹਸਬੈਂਡ ਵਾਈਫ ਦੀ, ਬੰਦੇ ਗੋਲੀ ਚਲਾ ਦਿੰਦੇ ਸੀਗੇ। ਯਾਨੀ ਕਿਉਂਕਿ ਹਥਿਆਰ ਇੰਨੇ ਸੀਗੇ, ਕਿਉਂਕਿ ਇੱਕ ਵਾਇਲੈਂਸ 'ਚੋਂ ਨਿਕਲ ਕੇ ਆਈ ਸੋਸਾਇਟੀ। ਤਾਂ ਉਹ ਚੀਜ਼ਾਂ ਤੇ ਮੈਂ ਤਾਂ ਹੀ ਕਹਿਣਾ, ਇਹ ਸਾਈਕੋਲੋਜੀਕਲੀ ਵੀ ਕੰਮ ਕਰਨ ਦੀ ਲੋੜ ਆ ਪੰਜਾਬ ਦੇ ਉੱਤੇ। ਪੰਜਾਬ ਨਾਲ ਸਾਈਕੋਲੋਜੀਕਲੀ ਯਾਨੀ ਮਨੋਵਿਗਿਆਨਕ ਤੌਰ 'ਤੇ, ਸਮਾਜਿਕ ਤੌਰ 'ਤੇ, ਔਰ ਇੱਕ ਟੋਟਲ ਅਪਰੋਚ ਦੇ ਤੌਰ 'ਤੇ ਅੰਗੇਜ ਕਰਨ ਦੀ ਲੋੜ ਆ ਗਈ ਪੁਲਿਸ ਨੂੰ, ਸਟੇਟ ਨੂੰ। ਅਤੇ ਮੈਂ ਇਹ ਪੀਸ ਲਿਖਿਆ, ਜਿਹੜਾ ਇਹ ਆਰਟੀਕਲ ਲਿਖਿਆ ਸੀਗਾ, ਇਸ ਦੇ ਅੰਦਰ ਇਹਦਾ ਹੈਡਿੰਗ ਹੀ ਸੀ ਖਾੜਕੂਆਂ ਵਰਗੇ ਗੈਂਗਸਟਰ ਤੇ ਗੈਂਗਸਟਰਾਂ ਵਰਗੇ ਖਾੜਕੂ। ਮਤਲਬ ਇਹਦਾ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਉਹਨਾਂ ਦੀ ਵਿਚਾਰਧਾਰਾ ਇੱਕ ਆ। ਖਾੜਕੂ ਇੱਕ ਵੱਖਰੀ ਲਹਿਰ ਸੀ, ਗੈਂਗਸਟਰ ਇੱਕ ਵੱਖਰਾ ਫਨੋਮਨਾ ਨੇ। ਪਰ ਉਹ 'ਚ ਅਸੀਂ ਕੁਛ ਲੋਕ, ਜਿਵੇਂ ਰਿੰਦਾ ਕਹਿ ਰਿਹਾ, ਉਹ ਸਾਰੀਆਂ ਗੱਲਾਂ ਨੂੰ ਜੋੜ ਵੀ ਰਹੇ ਨੇ। ਤਾਂ ਮੈਂ ਇਹ 'ਚ ਲਿਖਿਆ, ਪਿੰਡ ਖੁੱਬਣ, ਸਾਲ 2016। ਸਿਆਲਾਂ ਦੇ ਦਿਨ ਸਵੇਰ ਦੇ 9 ਵਜੇ ਨੇ। ਮੈਂ ਪਿੰਡ 'ਚੋਂ ਪਤਾ ਪੁੱਛਦਾ ਗੁਰ ਸ਼ਹੀਦ ਸਿੰਘ ਦੇ ਘਰ ਪੁੱਜਦਾ ਹਾਂ। ਲੋਕ ਡਰਦੇ ਪਤਾ ਦੱਸਦੇ ਨੇ, ਇਹ ਗੈਂਗਸਟਰ ਸ਼ੇਰੇ ਦਾ ਪਿੰਡ ਖੁੱਬਣ ਹੈ। ਪਿਤਾ ਜਰਨੈਲ ਤੇ ਮਾਤਾ ਤਾਜਪ੍ਰੀਤ ਕੌਰ ਦੋਵੇਂ ਅੰਮ੍ਰਿਤਧਾਰੀ ਨੇ। ਸ਼ੇਰੇ ਦੀ ਮੌਤ 2012 'ਚ ਕਥਿਤ ਪੁਲਿਸ ਮੁਕਾਬਲੇ 'ਚ ਹੋਈ ਸੀ। ਅੱਜ ਵੀ ਉਹਦੇ ਕਮਰੇ ਦੀ ਕੰਧ 'ਤੇ ਸ਼ੇਰੇ ਦੀਆਂ ਪਿਸਤੌਲ ਨਾਲ ਕਈ ਤਸਵੀਰਾਂ ਲੱਗੀਆਂ ਨੇ। ਮੈਂ ਸ਼ੇਰੇ ਦੀ ਮਾਤਾ ਤੋਂ ਪੁੱਛਿਆ, ਹੱਥ 'ਚ ਪਿਸਤੌਲ ਫੜੀਆਂ ਤਸਵੀਰਾਂ ਤੰਗ ਨਹੀਂ ਕਰਦੀਆਂ? ਜਵਾਬ ਸੀ,
ਹੋਰ ਕੀ ਰਿਹਾ ਸਾਡੇ ਕੋਲੇ, ਤਸਵੀਰਾਂ ਹੀ ਤਾਂ ਨੇ। ਰੋਟੀ ਖਾਣ ਲੱਗੀ ਕਹਿ ਦਿੰਦੀਆਂ ਆ ਜਾ ਸ਼ੇਰੇ ਪੁੱਤ ਰੋਟੀ ਖਾਈਏ। ਉਹੀ ਇਹ ਮਾਪਿਆਂ ਦੇ ਤਾਂ ਤਰਾਸਦੀ ਹੈ ਪੁੱਤ ਹੀ ਪੰਜਾਬ ਰਹਿਣ। ਦੀ, ਇਹ ਪੰਜਾਬ ਦੀ ਤਰਾਸਦੀ ਹੈਗੀ। ਉਹਨਾਂ ਲਈ ਤਾਂ ਉਹਨਾਂ ਦਾ ਪੁੱਤ ਆ ਨਾ। ਤਾਂ ਮੈਂ ਸਾਰਾ ਤੇ ਲੰਬਾ ਆਰਟੀਕਲ ਆ, ਮੈਂ ਇਹਦੇ 'ਚੋਂ ਜਿਹੜੀਆਂ ਐਂਡ 'ਚ ਵੀ ਜਿਹੜਾ ਇਹਨੂੰ ਮੈਂ ਕਨਕਲੂਡ ਕੀਤਾ ਸੀਗਾ, ਤਾਂ ਐਂਡ 'ਚ ਮੈਂ ਕਨਕਲੂਡ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਸਾਡੇ ਹੀ ਮੁੰਡੇ ਨੇ ਗਲਤ ਰਾਹ 'ਤੇ ਚਲੇ ਗਏ। ਇਹ ਕੈਪਟਨ ਅਮਰਿੰਦਰ ਸਿੰਘ ਦੀ ਸਟੇਟਮੈਂਟ ਆ। ਇਹਨਾਂ ਨੂੰ ਵਾਪਸ ਲਿਆਵਾਂਗੇ, ਨਾਲ ਹੀ ਪੁਲਿਸ ਦੇ ਸੱਚੇ ਝੂਠੇ ਮੁਕਾਬਲੇ ਜਾਰੀ ਨੇ। ਨਕਸਲੀਆਂ ਤੇ ਖਾੜਕੂਆਂ ਬਾਰੇ ਵੀ ਗਲਤ ਰਾਹ ਪੈਣ ਦੀ ਗੱਲ ਵੱਖ-ਵੱਖ ਸੰਦਰਭ ਵਿੱਚ ਕਹੀ ਜਾਂਦੀ ਰਹੀ। ਉਦੋਂ ਵੀ ਪੁਲਿਸ ਮੁਕਾਬਲੇ ਜਾਰੀ ਰਹੇ। ਕੀ ਮੁਕਾਬਲੇ ਮਸਲੇ ਦਾ ਹੱਲ ਨੇ? ਕੋਈ ਇੱਥੋਂ ਤੱਕ ਕਿਉਂ ਪੁੱਜਦਾ ਤੇ ਕੋਈ ਨਕਸਲੀ ਖਾੜਕੂ ਜਾਂ ਗੈਂਗਸਟਰ ਕਿਉਂ ਬਣਦਾ? ਇਹ ਸਵਾਲ ਦਾ ਜਵਾਬ ਸਾਨੂੰ ਸਭ ਨੂੰ ਤੰਗ ਕਰਨਾ ਚਾਹੀਦਾ। ਇਹ ਸਵਾਲ ਸਾਨੂੰ ਸਭ ਨੂੰ ਤੰਗ ਕਰਨਾ ਚਾਹੀਦਾ। ਇਹ ਜਵਾਬ ਲੱਭਣਾ ਜ਼ਰੂਰੀ ਹੈ। ਕੋਈ ਜੰਮਦਾ ਤਾਂ ਮੁਜਰਮ ਨਹੀਂ ਹੁੰਦਾ। ਹਾਲਾਤ ਹੀ ਸਮਾਜ ਤੇ ਬੰਦੇ ਨੂੰ ਲਹਿਰਾਂ ਜਾਂ ਜ਼ੁਰਮ ਦੀ ਦੁਨੀਆ ਵੱਲ ਲੈ ਜਾਂਦੇ ਨੇ। ਪਰ ਕੀ ਹਿੰਸਾ ਕਿਸੇ ਦੀ ਚੋਣ ਹੋ ਸਕਦੀ ਹੈ? ਮੈਂ ਸਵਾਲਾਂ ਦੇ ਰੂਪ 'ਚ ਸਾਰੀਆਂ ਗੱਲਾਂ ਕੀਤੀਆਂ ਨੇ। ਮੇਰੀ ਲਿਖਣ ਦੀ ਇੱਕ ਉਹ ਆ ਗਈ ਕਿ ਹਾਂ, ਬਹੁਤ ਸਾਰੇ ਸਵਾਲਾਂ ਦੇ ਮੇਰੇ ਕੋਲ ਵੀ ਜਵਾਬ ਨਹੀਂ ਹੋਣਗੇ, ਪਰ ਮੇਰੇ ਕੋਲ ਸਵਾਲ ਨੇ। ਮੈਨੂੰ ਹਮੇਸ਼ਾ ਲੱਗਦਾ ਹੁੰਦਾ ਕਿ ਸਾਡੇ ਕੋਲ ਸਵਾਲ ਖਤਮ ਹੋ ਗਏ ਨੇ। ਜੇ ਸਾਡੇ ਕੋਲ ਸਵਾਲ ਹੋਣਗੇ, ਜਵਾਬ ਮਿਲ ਜਾਣਗੇ। ਅਸੀਂ ਹਰ ਚੀਜ਼ ਦਾ ਜਵਾਬ ਲੱਭਣ ਨੂੰ ਤਾਂ ਫਿਰਦੇ ਹਾਂ, ਸਵਾਲ ਸਾਡੇ ਕੋਲ ਹੈ ਨਹੀਂ। ਪਹਿਲਾਂ ਸਾਨੂੰ ਸਵਾਲ ਕਰਨੇ ਪੈਣਗੇ ਨਿੱਠ ਕੇ, ਆਪਦੇ ਆਪ ਨੂੰ ਵੀ, ਫਿਰ ਸਾਡੇ ਕੋਲ ਜਵਾਬ ਹੋਣਗੇ। ਤਾਂ ਮੈਂ ਕਿਹਾ ਕਿ ਪਰ ਕੀ ਹਿੰਸਾ ਕਿਸੇ ਦੀ ਚੋਣ ਹੋ ਸਕਦੀ ਹੈ, ਯਾਨੀ ਚੁਆਇਸ ਹੋ ਸਕਦੀ ਹੈ? ਹਿੰਸਾ ਕਿ ਤੁਹਾਡੀ ਹਿੰਸਾ ਚੁਆਇਸ ਹੋ ਸਕਦੀ? ਮੈਂ ਹਿੰਸਾ ਕਰਾਂ, ਮੇਰੇ ਕੋਲ ਪਿਸਤੌਲ ਆ ਗਿਆ ਜਾਂ ਮੈਂ ਗਨ ਲੈ ਲਾਂ। ਮੈਂ ਕੀ ਹਿੰਸਾ ਕਿਸੇ ਦੀ ਚੋਣ ਹੋ ਸਕਦੀ ਹੈ? ਕਿਹਾ ਤਾਂ ਇਹ ਜਾਂਦਾ ਕਿ ਹਮੇਸ਼ਾ ਹਿੰਸਾ ਵੱਲ ਧੱਕਿਆ ਮਨੁੱਖ ਹੀ ਹਿੰਸਾ ਵੱਲ ਜਾਂਦਾ, ਯਾਨੀ ਹਿੰਸਾ ਵੱਲ ਧੱਕ ਦਿੱਤਾ ਜਾਂਦਾ। ਉਹ ਸਮਾਜ ਧੱਕ ਦਿੰਦਾ, ਹਾਲਾਤ ਧੱਕ ਦਿੰਦੇ ਨੇ। ਪੰਜਾਬ ਮੁੱਢ ਤੋਂ ਹੀ ਹਿੰਸਾ ਵਿੱਚ ਝੰਬਿਆ ਜਾਂਦਾ ਰਿਹਾ। ਇਹ ਉਹ ਦੌਰ ਆ ਜਿਹੜੀ ਮੈਂ ਗੱਲ ਕਰ ਰਿਹਾ ਕਿ ਪੰਜਾਬ ਕਿਵੇਂ ਹਿੰਸਾ ਪੰਜਾਬ ਤੇ ਬਹੁਤ ਹੋਈ। ਕਦੇ ਬਦਾਲੀ ਆ ਗਿਆ, ਕਦੇ ਕੋਈ ਆ ਗਿਆ। ਉਹ ਹਿੰਸਾ ਵਾਇਲੈਂਸ ਨਾਲ ਰਿਲੇਸ਼ਨ ਆ ਜਿਹੜਾ ਪੰਜਾਬ ਦਾ ਨਾ, ਇਹਨੂੰ ਅੰਡਰਸਟੈਂਡ ਕਰਨ ਦੀ ਲੋੜ ਆ। ਜਦੋਂ ਤੱਕ ਅਸੀਂ ਹਿੰਸਾ ਦਾ ਪੰਜਾਬ ਨਾਲ ਹਿਸਟੋਰੀਕਲ ਰਿਸ਼ਤਾ ਕੀ ਹੈਗਾ, ਉਹ ਕਿਵੇਂ ਉਹਨਾਂ ਤੇ ਥੋਪੀ ਜਾਂਦੀ ਰਹੀ। ਉਹ ਚਾਹੁੰਦੇ ਨਹੀਂ ਸੀ, ਉਹਨਾਂ ਦੀ ਚੁਆਇਸ ਨਹੀਂ ਸੀ। ਆ ਜਾਂਦਾ ਸੀ ਕੋਈ ਹਥਿਆਰ ਲੈ ਕੇ, ਆ ਜਾਂਦਾ ਸੀ ਕੋਈ ਕੁੱਟਣ, ਕੀ ਕਰਨ ਫਿਰ? ਲੜਦੇ ਸੀ, ਰਿਐਕਟ ਕਰਦੇ ਸੀ, ਰਿਟੈਲੀਏਟ ਕਰਦੇ ਸੀਗੇ। ਇਹ ਹਿਸਟਰੀ ਆ ਪੰਜਾਬ ਦੀ। ਸਾਰੇ ਭਾਈਚਾਰੇ, ਹਿੰਦੂ, ਮੁਸਲਿਮ, ਸਿੱਖ, ਸਾਰੇ ਰਲ ਮਿਲ ਕੇ ਧਾੜਵੀਆਂ ਦਾ ਜਵਾਬ ਦਿੰਦੇ ਰਹੇ ਨੇ। ਔਰ ਇਸ ਦੇਸ਼ ਨੂੰ ਹਮਲਿਆਂ ਤੋਂ ਬਚਾਉਣ ਵਾਲੇ ਲੋਕ ਪੰਜਾਬੀ ਨੇ। ਤਾਂ ਮੈਂ ਲਿਖਦਾ ਕਿ ਪੰਜਾਬ ਮੁੱਢ ਤੋਂ ਹੀ ਹਿੰਸਾ 'ਚ ਝੰਬਿਆ ਜਾਂਦਾ ਰਿਹਾ ਹੈ। ਹਿੰਸਾ ਇਹਦੀ ਰਗ-ਰਗ 'ਚ ਜਾ ਵੜੀ, ਰਗ-ਰਗ 'ਚ ਹਿੰਸਾ ਜਾ ਵੜੀ। ਇਹ ਗੱਲ ਬਹੁਤ ਡੂੰਘੀ ਹੈਗੀ। ਇਹ ਇੱਕੋ ਲਾਈਨ ਦੇ ਉੱਤੇ ਮੈਂ ਇੱਕ ਆਰਟੀਕਲ ਹੋਰ ਲਿਖ ਸਕਦਾ। ਮੇਰੀ ਆਦਤ ਆ ਜਦੋਂ ਮੈਂ ਇੱਕ ਵੀ ਲਾਈਨ ਲਿਖਦਾ ਤਾਂ ਮੈਂ ਉਸ ਲਾਈਨ ਨਾਲ ਖੋਜਲ ਦਾਂਗਾ। ਇਹ ਲਾਈਨ ਦੇ ਉੱਤੇ ਪੂਰਾ ਇੱਕ 1500 ਵਰਡ ਮੈਂ ਹੋਰ ਲਿਖ ਸਕਦਾ। ਪੰਜਾਬ ਮੁੱਢ ਤੋਂ ਹੀ ਹਿੰਸਾ ਝੰਬਿਆ ਜਾਂਦਾ ਰਿਹਾ। ਹਿੰਸਾ ਇਹਦੀ ਰਗ-ਰਗ 'ਚ ਜਾ ਵੜੀ। ਹਿੰਸਾ ਤੋਂ ਭੱਜਦਾ ਇਹ ਹਿੰਸਾ ਦੇ ਜਸ਼ਨ 'ਚ ਵੀ ਸ਼ਾਮਲ ਹੁੰਦਾ ਰਿਹਾ। ਇਹ ਹਿੰਸਾ ਤੋਂ ਭੱਜਦਾ ਵੀ ਰਿਹਾ ਹੈਗਾ, ਪਰ ਹਿੰਸਾ ਦੇ ਜਸ਼ਨ 'ਚ ਵੀ ਸ਼ਾਮਲ ਹੋਣ ਲੱਗ ਗਿਆ। ਇਹ ਬਹੁਤ ਮਤਲਬ ਮੈਨੂੰ ਲੱਗਦਾ ਕਿ ਮੈਂ ਬਹੁਤ ਨਿੱਠ ਕੇ ਬਹੁਤ ਜਦੋਂ ਮੈਂ ਲਿਖਦਾ ਇਹਨੂੰ, ਮੈਨੂੰ ਲੱਗਦਾ ਐਂ ਗੱਲ ਕਿ ਮੇਰੀ ਪਰਸੈਪਸ਼ਨ ਹੋ ਸਕਦਾ ਮੈਂ ਗਲਤ ਹੋਵਾਂ। ਮੈਂ ਹਿੰਸਾ ਬਾਰੇ ਪੰਜਾਬ ਦੇ ਨਾਲ ਜਿਹੜਾ ਹਿੰਸਾ ਦਾ ਰਿਲੇਸ਼ਨ ਆ, ਵਾਇਲੈਂਸ ਦਾ ਰਿਲੇਸ਼ਨ ਹੈ, ਸੋਚਦਾ ਹਿੰਸਾ ਇਹਦੀ ਰਗ-ਰਗ 'ਚ ਵੀ ਜਾ ਵੜੀ। ਹਿੰਸਾ ਤੋਂ ਭੱਜਦਾ ਇਹ ਹਿੰਸਾ ਦੇ ਜਸ਼ਨ 'ਚ ਵੀ ਸ਼ਾਮਲ ਹੁੰਦਾ ਰਿਹਾ। ਸਮੇਂ-ਸਮੇਂ ਤੇ ਹਿੰਸਾ ਇਹਨੂੰ ਮੁਕਤੀ ਵੀ ਲੱਗਦੀ ਰਹੀ ਹੈ। ਹਿੰਸਾ ਇਹਨੂੰ ਮੁਕਤੀ ਲੱਗਦੀ ਰਹੀ ਹੈ। ਵਾਇਲੈਂਸ ਪੰਜਾਬ ਨੂੰ ਲੱਗਦਾ ਮੁਕਤੀ ਹੈ। ਇਹ ਗੱਲ ਸਾਰੇ ਕਿਤੇ ਆ ਕੇ ਜਦੋਂ ਹੱਥਾਂ 'ਚ ਹਥਿਆਰ ਹੁੰਦੇ ਆ ਨਾ, ਹੱਥਾਂ 'ਚ ਹਥਿਆਰ ਹੋਣ ਦਾ ਇਕੱਲਾ ਇਕਨੋਮਿਕ ਕਾਰਨ ਨਹੀਂ ਹੁੰਦਾ, ਆਰਥਿਕ ਕਾਰਨ ਨਹੀਂ ਹੁੰਦਾ, ਇਕੱਲਾ ਸਮਾਜਿਕ ਕਾਰਨ ਨਹੀਂ ਹੁੰਦਾ, ਇਕੱਲਾ ਇਤਿਹਾਸਕ ਕਾਰਨ ਨਹੀਂ ਹੁੰਦਾ, ਇਕੱਲਾ ਮਨੋਵਿਗਿਆਨਕ ਕਾਰਨ ਨਹੀਂ। ਬਹੁਤ ਕਾਰਨ ਨੇ, ਉਹ ਸਾਰੇ ਨਿਰਲੇ ਮਿਲੇ ਨੇ। ਇਹ ਸਾਰੇ ਕਾਰਨ ਨੇ ਜਿਹੜੇ ਤੁਹਾਨੂੰ ਇਤਿਹਾਸ ਤੋਂ ਲੈ ਕੇ ਆ ਕੇ ਵਰਤਮਾਨ ਨਾਲ ਜੋੜਦੇ ਨੇ। ਇਹ ਸਾਰੀ ਗੱਲ ਦੇ ਉੱਤੇ ਮੈਂ ਕਹਿੰਦਾ ਸਟੱਡੀ ਕਰਨ ਦੀ ਲੋੜ ਹੈ। ਤਾਂ ਮੈਂ ਜਿੰਨਾ ਕੁ ਮੈਨੂੰ ਸਮਝ ਆਉਂਦਾ ਗਾ, ਜਿੰਨੀ ਕੁ ਮੇਰੀ ਅਕਲ ਆ, ਉਹਦੇ ਮੁਤਾਬਕ ਮੈਂ ਚੀਜ਼ਾਂ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਆਪਦੀ ਕਿਤਾਬ 'ਚ। ਕਿਤਾਬ ਲਿਖਣ ਦਾ ਮਤਲਬ ਗਿਆਨ ਦੇਣਾ ਨਹੀਂ ਹੁੰਦਾ। ਕਿਤਾਬ ਲਿਖਣ ਦਾ ਮਤਲਬ ਉਹ ਸਵਾਲ ਨੇ ਮੇਰੇ ਕੋਲੇ ਜਿਹੜੇ ਕਿਸੇ ਕੋਲ ਤਾਂ ਜਾਣਗੇ, ਕੋਈ ਤਾਂ ਇਹਨੂੰ ਅੰਡਰਸਟੈਂਡ ਕਰੂਗਾ। ਤਾਂ ਹਿੰਸਾ ਤੋਂ ਭੱਜਦਾ ਇਹ ਹਿੰਸਾ ਦੇ ਜਸ਼ਨ 'ਚ ਵੀ ਸ਼ਾਮਲ ਹੁੰਦਾ ਰਿਹਾ। ਸਮੇਂ-ਸਮੇਂ ਤੇ ਹਿੰਸਾ ਇਹਨੂੰ ਮੁਕਤੀ ਲੱਗਦੀ ਰਹੀ ਹੈ। ਹਿੰਸਾ 'ਚ ਵਾਰ-ਵਾਰ ਜਾਣਾ ਇਹਦੇ ਸੁਭਾਅ ਦਾ ਹਿੱਸਾ ਬਣ ਗਿਆ। ਵਾਇਲੈਂਸ ਦੇਖੋ ਤੁਸੀਂ ਪੰਜਾਬ 'ਚ, ਹੋਰ ਮੈਂ ਨਹੀਂ ਕਹਿੰਦਾ ਹੋਰ ਸੁਸਾਇਟੀਆਂ 'ਚ ਵਾਇਲੈਂਸ ਨਹੀਂ ਹੁੰਦਾ, ਪਰ ਜੇ ਸਾਡੇ ਮੁੰਡੇ ਇੱਥੋਂ ਅਸੀਂ ਜਾਂਦੇ ਹਾਂ ਕੈਨੇਡਾ ਦੇ ਅੰਦਰ, ਤੁਸੀਂ ਦੇਖੋ ਗੈਂਗਸਟਰ ਫਨੋਮਨਾ ਕਿੰਨਾ ਵੱਡਾ ਹੈਗਾ। ਕੈਨੇਡਾ ਦੇ ਅੰਦਰ ਵੀ ਹੈ ਨਾ, ਕੱਲ੍ਹ ਹੀ ਡਰੱਗ ਵਾਲੇ ਕੇਸ 'ਚ, ਗੈਂਗਸਟਰ ਦੇ ਕੇਸ 'ਚ ਤੁਸੀਂ ਕੱਢ ਕੇ ਦੇਖ ਲਓ। ਇਹਦਾ ਮਤਲਬ ਇਹ ਇਕੱਲਾ ਆਰਥਿਕ ਕਾਰਨ ਨਹੀਂ ਆ। ਜਿਹੜੇ ਲੋਕ ਕਹਿੰਦੇ ਨੇ ਜੀ ਬੇਰੁਜ਼ਗਾਰੀ ਕਾਰਨ ਆ, ਨਾ, ਉੱਥੇ ਤਾਂ ਰੁਜ਼ਗਾਰ ਹੈਗਾ ਕੈਨੇਡਾ 'ਚ। ਤਾਂ ਕੈਨੇਡਾ ਤਾਂ ਸਮਰਿੱਧ ਸੁਸਾਇਟੀ ਹੈ, ਉੱਥੇ ਤਾਂ ਸਭ ਕੁਝ ਆ। ਉੱਥੇ ਕਿਉਂ ਅਟਰੈਕਸ਼ਨ ਕਿਹੜੀ ਹੈ? ਇਹ ਕਿਹੜੀ ਜਿਹੜੀ ਕਹਿੰਦੇ ਨਾ ਕਸਤੂਰੀ ਲੱਭਦਾ ਫਿਰਦਾ ਮਰ ਜਾਂਦਾ, ਉਹ ਫਿਰ ਨੂੰ ਕਿਹਾ ਜਾਂਦਾ ਨਾ ਕਸਤੂਰੀ ਲੱਭਦਾ ਹੀ ਉਹ ਮਰ ਜਾਂਦਾ ਹੈਗਾ, ਉਹਦੇ ਸਿੰਘ ਫਸ ਜਾਂਦੇ ਆ 12 ਸਿੰਘੇ ਦੇ। ਇਹ ਕਿਹੜੀ ਕਸਤੂਰੀ ਪੰਜਾਬ? ਮੇਰਾ ਮੰਨਣਾ ਇਹ ਹੈਗਾ ਉਹ ਕਸਤੂਰੀ ਕਿਤੇ ਨਾ ਕਿਤੇ ਉਹ ਸਾਰੀ ਗੱਲ ਮੁਕਤੀ ਦੀ ਗੱਲ ਪਈ ਹੁੰਦੀ ਹੈ, ਕਿਤੇ ਨਾ ਕਿਤੇ ਉਹਨੂੰ ਲੱਗਦਾ ਮੁਕਤ। ਤਾਂ ਹਿੰਸਾ 'ਚ ਵਾਰ-ਵਾਰ ਜਾਣਾ ਇਹਦੇ ਸੁਭਾਅ ਦਾ ਹਿੱਸਾ ਬਣ ਗਿਆ।
ਹਿੰਸਾ ਦਾ ਇਹ ਉਹ ਚਰਸਤਾ ਇਹ ਚਰਸਤੇ 'ਚ ਖੜਾ ਪੰਜਾਬ, ਚਰਸਤੇ 'ਚੋਂ ਇੱਧਰ ਵੀ ਜਾਂਦਾ, ਇੱਧਰ ਵੀ ਜਾਂਦਾ, ਇੱਧਰ ਵੀ ਜਾਂਦਾ। ਹਿੰਸਾ ਦਾ ਇਹ ਉਹ ਚਰਸਤਾ ਜੋ ਹਥਿਆਰ ਚੁੱਕਣ ਦੇ ਪੱਧਰ ਤੇ ਖਾੜਕੂਆਂ ਤੇ ਗੈਂਗਸਟਰਾਂ ਨੂੰ ਇੱਕੋ ਥਾਂ ਤੇ ਲਿਆ ਕੇ ਵੀ ਖੜੇ ਕਰਦਾ, ਜਦੋਂ ਕਿ ਉਹ ਵਿਚਾਰਕ ਲਹਿਰ ਆ, ਉਹ ਵਿਚਾਰ ਦੀ ਗੱਲ ਕਰਦੀ ਹੈ ਤੇ ਇਹ ਦੂਜੀ ਪਾਸੇ ਨਾ ਉਧਰ ਵਿਚਾਰ ਆ, ਇੱਧਰ ਤੇ ਬਹੁਤੇ ਲੋਕਾਂ ਕੋਲ ਵਿਚਾਰ ਨਹੀਂ ਹੈਗਾ। ਜਿਵੇਂ ਰਿੰਦਾ ਤਾਂ ਕੁਝ ਵਿਚਾਰਾਂ ਦੀ ਗੱਲ ਕਰ, ਬਾਕੀ ਤਾਂ ਨਹੀਂ ਆ। ਚਾਹੇ ਦੋਵੇਂ ਗੱਲਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ, ਪਰ ਦੋਵਾਂ ਦੇ ਹਥਿਆਰ ਚੁੱਕਣ ਦੇ ਸਪਿਰਿਟ ਇੱਕੋ ਜਿਹੀ ਲੱਗਦੀ ਹੈ। ਪੰਜਾਬ ਦੀ ਸਪਿਰਿਟ ਦੀ ਨਬਜ਼ ਫੜੀ ਨਹੀਂ ਗਈ ਹੈ। ਜਿਹੜੇ ਹਥਿਆਰਾਂ ਦੇ ਨਾਲ ਪੰਜਾਬ ਦਾ ਮੋਹ ਆ, ਜਿਹੜਾ ਵਾਇਲੈਂਸ ਦੇ ਨਾਲ ਰਿਸ਼ਤਾ ਪੰਜਾਬ ਦਾ, ਜਿਹੜਾ ਹਿੰਸਾ ਦੇ ਨਾਲ ਪੰਜਾਬ ਦਾ ਜੋ ਰਿਸ਼ਤਾ, ਇਹਦੀ ਨਬਜ਼ ਮੈਨੂੰ ਲੱਗਦਾ ਨਹੀਂ ਫੜੀ ਗਈ ਹੈ ਕਦੇ। ਇਹਦੀ ਨਬਜ਼ ਫੜਨੀ, ਜਦੋਂ ਇਹਦੀ ਨਬਜ਼ ਫੜ ਲਈ ਕਿਸੇ ਨੇ, ਫਿਰ ਠੀਕ ਹੋਵੇ। ਫਿਰ ਠੀਕ ਤਾਂ ਪੂਰਨ ਤੌਰ ਤੇ ਚਲੋ ਠੀਕ ਆ, ਮਤਲਬ ਫਿਰ ਇਹਦੇ ਲਈ ਇੱਕ ਖਾਕਾ ਖਿੱਚਿਆ ਜਾ ਸਕਦਾ ਕਿ ਭਾਈ ਇਹ ਗੱਲ ਕੀ ਹੈਗੀ। ਬਹੁਤ ਛੇਤੀ ਅਟਰੈਕਟ ਹੁੰਦੇ ਨੇ ਸਾਡੇ ਬੰਦੇ ਇਹ ਚੀਜ਼ਾਂ ਦੇ ਵੱਲ। ਇਹ ਪੰਜਾਬ ਦੀ ਤੁਸੀਂ ਦੇਖ ਲਓ, ਕੋਈ ਇੱਕ ਗੱਲ ਇਹ ਨਹੀਂ ਕਹਿੰਦਾ ਕਿ ਪੰਜਾਬ 'ਚ ਪੀਸ ਮੂਵਮੈਂਟ ਨਹੀਂ ਰਹੀ, ਬੜੀ ਲੰਬਾ ਅਕਾਲੀ ਲਹਿਰ ਇੱਕ ਪੀਸ ਲਹਿਰ ਸੀਗੀ। ਉਦੋਂ ਗੁਰਦੁਆਰਿਆਂ ਵੇਲੇ ਦੇਖ ਲਓ, ਗੁਰਦੁਆਰਿਆਂ ਦੇ ਮੋਰਚੇ ਜਦੋਂ ਲੱਗ ਰਹੇ ਸੀ, ਬੜੀ ਵੱਡੀ ਉਹ ਵੀ ਹੈ। ਪਰ ਵਾਇਲੈਂਸ ਵੀ ਮਤਲਬ ਡਾਇਲੈਕਟੀਕਲ ਰਿਲੇਸ਼ਨ ਆ, ਵਾਇਲੈਂਸ ਨਾਲ ਵੀ ਉਹ ਉਵੇਂ ਹੀ ਉਸ ਤਰੀਕੇ ਨਾਲ ਬਹੁਤ ਅੰਗੇਜ ਹੁੰਦਾ ਰਿਹਾ ਪੰਜਾਬ। ਕਿਸਾਨੀ ਅੰਦੋਲਨ ਵੀ ਸ਼ਾਂਤਮਈ, ਹਾਂ ਸ਼ਾਂਤ, ਮੈਂ ਉਹੀ ਕਹਿ ਰਿਹਾਗਾ ਕਿ ਇਹ ਨਹੀਂਗਾ ਪੰਜਾਬ ਦੀ ਹਿਸਟਰੀ ਆ, ਉਹਦੇ 'ਚ ਗੁਰੂਆਂ ਦੇ ਟਾਈਮ ਦੇਖ ਲਓ, ਦੋਵੇਂ ਤਰ੍ਹਾਂ ਦੇ ਗੁਰੂਆਂ ਦੇ ਟਾਈਮ ਵੀ ਇੱਕ ਜਵਾਬ ਗੁਰੂ ਅਰਜਨ ਦੇਵ ਜੀ ਦੇ ਰਹੇ ਨੇ, ਇੱਕ ਗੁਰੂ ਹਰਗੋਬਿੰਦ ਜੀ ਦੇ ਰਹੇ ਨੇ। ਅਲੱਗ-ਅਲੱਗ ਜਵਾਬ ਨੇ ਨਾ, ਇੱਕ ਤਖਤ ਸਾਜ ਕੇ ਕਹੇਗਾ ਕਿ ਜ਼ੁਲਮ ਖਿਲਾਫ ਲੜਾਂਗੇ, ਇੱਕ ਸ਼ਹੀਦੀ ਦਿੰਦੇ ਨੇ, ਫਿਰ ਅੱਗੇ ਵੀ ਸ਼ਹੀਦੀਆਂ ਵੀ ਨੇ ਤੇ ਉਹ ਰਿਸ਼ਤਾ ਵੀ ਹੈ ਕਿ ਲੜਾਂਗੇ। ਉਹ ਸਾਰੀਆਂ ਚੀਜ਼ਾਂ ਨੇ। ਮਤਲਬ ਗੱਲ ਇਹ ਨਹੀਂ ਕਿ ਗੁਰੂ ਸਾਹਿਬ ਵਾਲਾ ਸੰਦਰਭ ਹੋਰ ਹੈ, ਹੈ ਨਾ, ਬੰਦਾ ਸਿੰਘ ਬਹਾਦਰ ਵਾਲਾ ਸੰਦਰਭ ਹੋਰ ਹੈ, ਇਹ ਸੰਦਰਭ ਹੋਰ ਨੇ। ਸਾਰੇ ਸੰਦਰਭਾਂ ਨੂੰ ਅਸੀਂ ਅੰਡਰਸਟੈਂਡ ਕਰਕੇ ਸਮਝਾਂਗੇ ਕਿਵੇਂ। ਸੰਤ ਸਿਪਾਹੀ ਬਣਾਇਆ ਜੀ। ਹਾਂ ਸੰਤ ਤੇ ਸਿਪਾਹੀ ਦੋਵੇਂ, ਜਿਹੜਾ ਕਨਸੈਪਟ ਹੀ ਇਹੀ ਹੈ। ਤਾਂ ਹਿੰਸਾ 'ਚ ਸ਼ਾਮਲ ਤੇ ਹਿੰਸਾ ਦੇਖਦੇ ਲੋਕ ਇੱਕੋ ਥਾਂ, ਅਗਲਾ ਮੈਂ ਜਿਹੜਾ ਪੈਰਾ ਉਹ 'ਚ ਲਿਖਦਾ, ਹਿੰਸਾ 'ਚ ਸ਼ਾਮਲ, ਇੱਕ ਤਾਂ ਸ਼ਾਮਲ ਨੇ ਹਿੰਸਾ 'ਚ, ਤੇ ਹਿੰਸਾ ਦੇਖਦੇ ਲੋਕ ਜਿਹੜੇ ਉਹ ਕਮੈਂਟ ਕਰਦੇ ਨੇ ਥੱਲੇ। ਇਹ ਗੱਲ ਨੂੰ ਫੜਨ ਦੀ ਲੋੜ ਆ। ਜਿਹੜੇ ਮੁੰਡੇ ਸੈਲੀਬ੍ਰੇਟ ਕਰਦੇ ਨੇ ਇਹਨਾਂ ਨੂੰ, ਸਾਰੇ ਜਿਹੜੇ ਨਵੇਂ ਮੁੰਡੇ ਆ, ਤੁਸੀਂ ਦੇਖੋ ਉਹਨਾਂ ਦੀ ਉਮਰ ਕੱਢ ਕੇ ਦੇਖਿਓ, ਕੋਈ 17-18 ਸਾਲ ਦਾ, ਕੋਈ 18 ਸਾਲ ਦਾ, ਕੋਈ 20 ਸਾਲ ਦਾ। ਔਰ ਸਾਰੇ ਗੈਂਗਸਟਰ ਜਿਹੜੇ ਮੁੰਡੇ ਬਣੇ ਨੇ ਇੱਧਰ ਨੂੰ ਚੱਲਦੇ ਨੇ। ਗੈਂਗਸਟਰ ਤਾਂ ਕਿਹੜੇ ਜੇ ਚੱਲ ਪਏ ਬਾਅਦ 'ਚ ਤਾਂ ਫਿਰ ਆਰਗੇਨਾਈਜ਼ ਕ੍ਰਾਈਮ 'ਚ ਆ ਗਏ, ਇਸ ਕਰਕੇ ਗੈਂਗਸਟਰ ਉਹਨਾਂ ਨੂੰ ਕਿਹਾ ਜਾਂਦਾ। ਮੁੰਡੇ ਤਾਂ ਆਮ ਹੀ ਸੀ ਨਾ ਇਹ। ਤਾਂ ਜਿਹੜਾ ਮੇਰੀ ਇਹ ਲਾਈਨ ਆ ਕਿ ਹਿੰਸਾ 'ਚ ਸ਼ਾਮਲ ਤੇ ਹਿੰਸਾ ਨੂੰ ਦੇਖਦੇ ਲੋਕ ਇੱਕੋ ਥਾਂ ਕਿਉਂ ਖੜੇ ਹੁੰਦੇ ਨੇ। ਯਾਨੀ ਮੈਂ ਉਹ ਸੰਸਕਾਰਾਂ ਤੇ ਗਿਆ, ਇਹਨਾਂ ਦੇ ਆਤੇ ਬਹੁਤ ਸਾਰੇ ਸੰਸਕਾਰਾਂ ਤੇ ਗਿਆ ਮੈਂ, ਜਦੋਂ ਕਵਰ ਕਰਨ ਚਾਹੀਦਾ ਸੀਗਾ ਐਜ਼ ਏ ਪੱਤਰਕਾਰ। ਉਹ ਜਿਹੜੇ ਸੰਸਕਾਰ ਤੇ ਆਏ ਹੋਏ ਹੁੰਦੇ ਸੀ, ਉਹ ਉਨੇ ਸ਼ਾਮਲ ਹੁੰਦੇ ਸੀ ਉਹ ਜਿੰਨਾ ਕੋਈ ਹਥਿਆਰ ਚੱਕਿਆ। ਹਿੰਸਾ 'ਚ ਸ਼ਾਮਲ ਉਹ ਆ ਜੈਪਾਲ, ਤੇ ਹਿੰਸਾ ਦੇਖਦੇ ਯਾਨੀ ਜਿਹੜੇ ਦੇਖ ਰਹੇ ਨੇ, ਜਿਹੜੇ ਉਹਦੇ ਸੰਸਕਾਰ ਤੇ ਆਏ ਨੇ, ਉਹ ਇੱਕੋ ਥਾਂ ਤੇ ਖੜੇ ਲੱਗਦੇ। ਕਿਉਂ ਲੱਗਦੇ ਨੇ ਮੈਂ ਲਿਖ ਦਾਂਗਾ ਕਿ ਹਿੰਸਾ 'ਚ ਸ਼ਾਮਲ ਤੇ ਹਿੰਸਾ ਦੇਖਦੇ ਲੋਕ ਇੱਕੋ ਥਾਂ ਕਿਉਂ ਖੜੇ ਹੁੰਦੇ ਨੇ। ਕਿਉਂ ਗੈਂਗਸਟਰ ਨਵੇਂ ਨੌਜਵਾਨਾਂ ਨੂੰ ਪ੍ਰਭਾਵਿਤ ਕਰਦੇ ਨੇ। ਇਹ ਸੱਚੀ ਗੱਲ ਆ, ਇਹ ਫੈਕਟ ਆ, ਇਹਨੂੰ ਮੰਨਣਾ ਚਾਹੀਦਾ। ਦੇਖੋ ਬਿੱਲੀ ਤੇ ਕਬੂਤਰ ਵਾਲੀ ਗੱਲ ਆ ਨਾ, ਇਹ ਕਬੂਤਰ ਕੋ ਬਿੱਲੀ ਨਹੀਂ ਆ, ਪਰ ਬਿੱਲੀ ਤਾਂ ਹੈਗੀ ਹੈ। ਅੱਖਾਂ ਖੋਲ ਕੇ ਸਾਨੂੰ ਮੰਨਣਾ ਚਾਹੀਦਾ ਪੰਜਾਬ ਦੇ ਹਾਲਾਤ ਇਹ ਨੇ। ਕਿਉਂ ਉਹ ਇਹਨਾਂ ਨਾਲ ਆਪਣੇ ਆਪ ਨੂੰ ਮੇਲਣਾ ਸ਼ੁਰੂ ਕਰਦੇ ਨੇ, ਰਿਲੇਟ ਕਰਦੇ ਨੇ ਉਹ ਇਹਨਾਂ ਨਾਲ। ਕਿਸੇ ਹੋਰ ਚੀਜ਼ ਨਾਲ ਵੀ ਤਾਂ ਰਿਲੇਟ ਕਰ ਸਕਦੇ ਆ, ਉਹ ਪੁਲਿਸ ਨਾਲ ਵੀ ਕਰ ਸਕਦੇ ਆ, ਐਡਮਿਨਿਸਟ੍ਰੇਸ਼ਨ ਨਾਲ ਵੀ ਕਰ ਸਕਦੇ ਆ, ਪੋਲਿਟਿਕਸ ਨਾਲ ਵੀ ਕਰ ਸਕਦੇ ਆ। ਉਹ ਇਹਨਾਂ ਨਾਲ ਹੀ ਕਿਉਂ ਆ? ਯੂਥ ਗੈਂਗਸਟਰਾਂ ਨਾਲ ਹੀ ਰਿਲੇਟ ਕਿਉਂ ਕਰ ਰਿਹਾ? ਹੈਗਾ ਇੱਕ ਵੱਡਾ ਹਿੱਸਾ ਪ੍ਰਭਾਵਿਤ ਹੁੰਦਾ ਉਹਨਾਂ ਤੋਂ, ਤਾਂ ਹੀ ਤਾਂ ਜਾਂਦੇ ਆ ਉੱਧਰ ਨੂੰ ਸਾਰੇ। ਇਹਨੂੰ ਇੱਥੋਂ ਨਬਜ਼ ਫੜਨੀ ਪਊ ਸਾਨੂੰ, ਇੱਥੋਂ ਸਾਨੂੰ ਸਮਝਣਾ ਪਊਗਾ ਕਿ ਸਾਡੇ ਮੁੰਡੇ ਕਿਉਂ, ਮਾਪਿਆਂ ਨੂੰ ਵੀ, ਪਰਿਵਾਰਾਂ ਨੂੰ ਵੀ, ਮੀਡੀਆ ਨੂੰ ਵੀ, ਸਮਾਜ ਨੂੰ ਵੀ, ਸਭ ਨੂੰ। ਸਾਡਾ ਕੰਮ ਆ ਸਾਰੀਆਂ ਚੀਜ਼ਾਂ ਕਵਰ ਕਰਨਾ। ਅਸੀਂ ਇੰਟਰਵਿਊ ਕਰਾਂਗੇ, ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਰਾਹ ਕਿਉਂ ਗਏ ਹੋ। ਔਰ ਸਾਡਾ ਕੰਮ ਆਗਾ ਕਿ ਜਦੋਂ ਅਸੀਂ ਪੁਲਿਸ ਨੂੰ ਸਵਾਲ ਕਰੀਏ ਉਹਨਾਂ ਤੋਂ ਪੁੱਛੀਏ, ਜਦੋਂ ਇਹਨਾਂ ਨੂੰ ਕਰੀਏ ਉਦੋਂ ਦੂਜੀ ਸਾਈਡ ਪੁੱਛੀਏ ਭਾਈ ਤੁਸੀਂ ਕ੍ਰਿਮੀਨਲ ਕਿਉਂ ਬਣੇ ਹੋਗੇ। ਜਿੰਨੀ ਉਹ ਗੱਲ ਅੰਡਰਸਟੈਂਡ ਕਰਦੇ ਨੇ। ਕਿਉਂ ਮੈਂ ਅਗਲੀ ਲਾਈਨ ਦਾ, ਕਿਉਂ ਉਹ ਇਹਨਾਂ ਨਾਲ ਆਪਣੇ ਆਪ ਨੂੰ ਮਿਲਣਾ ਸ਼ੁਰੂ ਕਰ ਦਿੰਦੇ ਨੇ। ਸਟੇਟ ਦੀ ਦਿੱਖ ਅਦਿੱਖ ਹਿੰਸਾ ਦੇ ਮੋੜਵੇਂ ਰੂਪ 'ਚ ਹਿੰਸਾ ਹੁੰਦੀ ਹੈ। ਸਟੇਟ ਦਾ ਵੀ ਵਾਇਲੈਂਸ ਹੁੰਦਾ। ਇੱਕ ਸਟੇਟ ਦਾ ਡਾਇਰੈਕਟ ਵਾਇਲੈਂਸ ਹੈ, ਇੱਕ ਇਨਡਾਇਰੈਕਟ। ਮੰਨ ਲਓ ਕੋਈ ਬੇਰੁਜ਼ਗਾਰ ਹੈ, ਕੋਈ ਭੁੱਖਾ, ਕਿਸੇ ਕੋਲ ਸਾਧਨ ਨਹੀਂ। ਸਟੇਟ ਦਾ ਕੰਮ ਕੀ ਹੈ? ਸਾਰਿਆਂ ਕੋਲ ਹੋਣ। ਸਟੇਟ ਇਸੇ ਕਰਕੇ ਬਣਾਈ ਗਈ ਸੀ ਨਾ। ਸਟੇਟ ਇਸ ਕਰਕੇ ਬਣੀ ਹੈ ਕਿ ਸਾਰੇ ਬੰਦੇ ਸੁਖੀ ਰਹਿਣਗੇ, ਔਰ ਸਟੇਟ ਇਸ ਗੱਲ ਦੀ ਗਰੰਟੀ ਕਰਦੀ ਹੈ। ਪਰ ਜਿਹੜੇ ਲੋਕ ਵਿਚਾਰੇ ਭੁੱਖ ਨਾਲ ਹੀ ਮਰ ਜਾਂਦੇ ਨੇ, ਉਹ ਹਿੰਸਾ ਨਹੀਂ ਆ, ਉਹ ਵੀ ਹਿੰਸਾ, ਉਹ ਸਟੇਟ ਦੀ ਹਿੰਸਾ। ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਵੀ ਸਟੇਟ ਦੀ ਹਿੰਸਾ। ਪਰ ਅਸੀਂ ਇਹ ਨਹੀਂ ਕਹਾਂਗੇ ਜੇ ਇਨਸਾਫ ਨਹੀਂ ਮਿਲਦਾ ਇੱਕੋ ਦਮ ਹੀ ਹਥਿਆਰ ਚੱਕ ਕੇ ਖੜੇ। ਬਹੁਤ ਸਾਰੇ ਰਾਹ ਹੁੰਦੇ ਆ, ਪਰ ਉਹ ਜਾਂਦੇ ਆ। ਮੈਂ ਲਾਈਨ ਲਿਖ ਦਾਂਗਾ ਕਿ ਸਟੇਟ ਦੀ ਦਿੱਖ ਹਿੰਸਾ ਦੇ ਮੋੜਵੇਂ ਰੂਪ 'ਚ ਹਿੰਸਾ ਹੁੰਦੀ ਹੈ। ਸਟੇਟ ਤਾਂ ਤੈਅ ਕਰਕੇ ਵੀ ਹਿੰਸਾ ਕਰਦੀ ਹੈ। ਫਿਰ ਸਵਾਲ ਇਹ ਆ ਕਿ ਅਧਿਆਤਮ ਤੋਂ ਲੈ ਕੇ ਆਧੁਨਿਕਤਾ ਦੇ ਅਹਿੰਸਾ ਬਾਰੇ ਲੈਕਚਰ ਸਿਰਫ ਲੈਕਚਰ ਨੇ। ਮਤਲਬ ਇੱਥੇ ਤੇ ਆਧੁਨਿਕਤਾ ਤੇ ਬਹੁਤ ਵੱਡਾ ਕੰਮ ਹੋਇਆ। ਇੱਥੇ ਤਾਂ
ਅਧਿਆਤਮ ਤੇ ਵੀ ਬਹੁਤ ਵੱਡਾ ਕੰਮ ਹੋਇਆ ਇਸ ਧਰਤੀ ਤੇ। ਅਧਿਆਤਮ ਕੀ ਕਹਿੰਦਾ ਹੈਗਾ? ਅਧਿਆਤਮ ਵੀ ਤੇ ਇੱਕ ਲੈਵਲ ਦੇ ਉੱਤੇ ਕਹਿੰਦਾ ਕਿ ਵਾਇਲੈਂਸ ਜਦੋਂ ਤੁਸੀਂ ਜਾਂਦੇ ਹੋ ਤੁਸੀਂ ਸਹਿਜ ਨਹੀਂ ਰਹਿੰਦੇ, ਤੇ ਸਹਿਜ ਬੰਦਾ ਹੀ ਪਰਮਾਤਮਾ ਦੇ ਨਾਲ ਮਿਲੂਗਾ ਜਾ ਕੇ, ਅਸਹਿਜ ਬੰਦਾ ਤਾਂ ਨਹੀਂ ਮਿਲੂਗਾ। ਤਾਂ ਜਦੋਂ ਅਧਿਆਤਮ ਵੀ ਇਸ ਗੱਲ ਦੇ ਉੱਤੇ ਜਾ ਕੇ ਗੱਲ, ਅਧਿਆਤਮ ਦੀ ਹਾਲਾਂਕਿ ਸਾਰੀਆਂ ਧਾਰਾਵਾਂ ਵੱਖਰੀਆਂ ਵੱਖਰੀਆਂ ਨੇ, ਹਿੰਦੂਇਜ਼ਮ ਦੇ ਅੰਦਰ ਬਹੁਤ ਸਾਰੀਆਂ ਧਾਰਾਵਾਂ ਨੇ, ਸਿੱਖੀ ਦੇ ਅੰਦਰ ਅਧਿਆਤਮ ਨੂੰ ਹੋਰ ਤਰ੍ਹਾਂ ਦੇਖਿਆ ਜਾਂਦਾ, ਅਪਰੋਚ ਵੱਖਰੀ ਵੱਖਰੀ ਹੈਗੀ ਅਧਿਆਤਮ ਨੂੰ ਲੈ ਕੇ, ਜਿਵੇਂ ਸਿੱਖੀ ਸੰਤ ਤੇ ਸਿਪਾਹੀ ਦਾ ਕਨਸੈਪਟ ਹੈਗਾ। ਪਰ ਉਹ ਜਿਹੜਾ ਬੈਲੈਂਸ ਕਰਨਾ ਇਹਨਾਂ ਚੀਜ਼ਾਂ ਨੂੰ, ਜਿਹੜਾ ਸੰਤ ਤੇ ਸਿਪਾਹੀ ਉਹ ਬੈਲੈਂਸ ਕਰ ਰਹੇ ਨੇ, ਕੀ ਉਹ ਬੈਲੈਂਸ ਵਿਗੜ ਚੁੱਕਿਆ ਪੰਜਾਬ 'ਚ? ਕੀ ਮਨੁੱਖ ਸਮਾਜ ਕਦੇ, ਮੈਂ ਐਂਡ 'ਚ ਐਂ ਛੱਡ ਕੇ ਗਿਆ ਸਾਰੇ ਆਰਟੀਕਲ ਨੂੰ, ਕੀ ਮਨੁੱਖ ਸਮਾਜ ਕਦੇ ਪੂਰਨ ਤੌਰ ਤੇ ਹਿੰਸਾ ਤੋਂ ਮੁਕਤ ਹੋਣਗੇ? ਇਹ ਵੀ ਸਵਾਲ ਆ ਬਹੁਤ ਵੱਡਾ। ਬਸ ਇਹੀ ਮੈਂ ਲਾਸਟ 'ਚ ਲਿਖਿਆ ਹੈਗਾ ਕਿ ਖਾੜਕੂ ਵਰਗੇ ਗੈਂਗਸਟਰ ਤੇ ਗੈਂਗਸਟਰ ਵਰਗੇ ਖਾੜਕੂ ਨੂੰ ਸਮਝਣ ਦੀ ਕਹਾਣੀ ਕਿਤੇ ਇੱਥੇ ਪਈ ਹੈਗੀ, ਜਿਹੜੀ ਮੈਨੂੰ ਪੂਰੀ ਸਮਝ ਨਹੀਂ ਆਉਂਦੀ ਜਿੰਨੀ ਮੈਨੂੰ ਸਮਝ ਆਉਂਦੀ ਆ। ਮੈਂ ਇਸ ਕਰਕੇ ਕਹਿਣਾ ਹੈਗਾ ਕਿ ਇਹ ਸਾਰੀਆਂ ਚੀਜ਼ਾਂ ਨੂੰ ਪੁਲਿਸ ਨੂੰ, ਸਟੇਟ ਨੂੰ ਖੁੱਲ੍ਹੇ ਦਿਲ ਦੇ ਨਾਲ, ਜੇ ਤੁਸੀਂ ਸੋਚਦੇ ਹੋ, ਤੁਹਾਡੀ ਇਸ ਗੱਲ ਦੇ ਅੰਦਰ ਚੜ੍ਹਾਈ ਹੋਣੀ ਆ, ਸਟੇਟ ਦੀ ਵੀ ਪੁਲਿਸ ਦੀ ਵੀ, ਜਦੋਂ ਇੱਕ ਖੁੱਲ੍ਹੀ ਅਪਰੋਚ ਹੋ। ਕੱਲਾ ਕ੍ਰਾਈਮ ਜਿਹੜਾ ਖਤਮ ਕਰਨਾ ਮਸਲਾ ਨਹੀਂ ਹੈਗਾ, ਕ੍ਰਿਮੀਨਲ ਖਤਮ ਕਰਨਾ ਮਸਲਾ ਨਹੀਂ ਆ। ਕ੍ਰਾਈਮ ਕਿਵੇਂ ਖਤਮ ਹੋਵੇ ਜਿਹਦੇ ਬਾਰੇ ਮੈਂ ਕਹਿਣਾ, ਜਿਹੜਾ ਬਾਰੇ ਮੈਨੂੰ ਲੱਗਦਾ ਜਿੰਨਾ ਮੈਂ ਪੜ੍ਹਿਆ ਮਿਡੇਵਲ ਹਿਸਟਰੀ ਨੂੰ ਜਾਂ ਮਾਡਰਨ ਹਿਸਟਰੀ ਨੂੰ ਜਾਂ ਦੁਨੀਆ ਭਰ ਨੂੰ, ਕ੍ਰਾਈਮ ਹਮੇਸ਼ਾ ਸੁਸਾਇਟੀ 'ਚ ਰਿਹਾ ਹੈਗਾ। ਮੇਰਾ ਇਹ ਮੰਨਣਾ ਹੈਗਾ ਕਿ ਨਾ ਕਦੇ ਪੂਰਨ ਤੌਰ ਤੇ ਕ੍ਰਾਈਮ ਮੁਕਤ ਸੁਸਾਇਟੀਆਂ ਹੋਣਗੀਆਂ, ਨਾ ਹੀ ਕਦੇ ਪੂਰਨ ਤੌਰ ਤੇ ਨਸ਼ਾ ਮੁਕਤ ਸੁਸਾਇਟੀਆਂ ਹੋਣਗੀਆਂ। ਜਿਹੜੇ ਕਹਿੰਦੇ ਨਸ਼ਾ ਮੁਕਤ ਸਮਾਜ, ਨਸ਼ਾ ਮੁਕਤ ਸਮਾਜ ਵੀ ਕਦੇ ਨਹੀਂ ਹੋਊਗਾ, ਕ੍ਰਾਈਮ ਮੁਕਤ ਸਮਾਜ ਵੀ ਕਦੇ ਨਹੀਂ ਹੋਊਗਾ। ਇਹਨੂੰ ਘਟਾਉਣਾ ਕਿਵੇਂ ਆ, ਇਹਨੂੰ ਠੀਕ ਕਿਵੇਂ ਕਰਨਾ, ਇਹ ਸਭ ਤੋਂ ਵੱਡੀ ਗੱਲ ਆ। ਪੂਰਨ ਤੌਰ ਤੇ ਮੁਕਤ ਕਦੇ ਸਮਾਜ, ਸ਼ੁੱਧਤਾ ਕੁਝ ਵੀ ਨਹੀਂ ਹੁੰਦੀ ਨਾ, ਸ਼ੁੱਧਤ ਕਦੇ ਕੁਝ ਵੀ ਨਹੀਂ ਹੁੰਦਾ। ਸ਼ੁੱਧਤਾ ਮੈਨੂੰ ਲੱਗਦਾ ਹੁੰਦਾ ਫਾਸਿਜ਼ਮ ਹੁੰਦੀ ਹੈ, ਹੋਰ ਸ਼ੁੱਧਤਾ ਕੁਝ ਨਹੀਂ ਹੁੰਦੀ। ਉਹ 'ਚ ਫਿਰ ਬਾਕੀਆਂ ਨੂੰ ਮਾਰਿਆ ਜਾਂਦਾ, ਯਾਨੀ ਇਹ ਸਾਨੂੰ ਪਸੰਦ ਨਹੀਂ, ਆਹ ਸਾਡਾ ਵਿਚਾਰ ਆ, ਬਾਕੀਆਂ ਨੂੰ ਮਲਿਆ ਮੇਟ ਕਰ ਦਿਓ। ਨਹੀਂ, ਸਮਾਜ ਹਮੇਸ਼ਾ ਅਸ਼ੁੱਧ ਹੀ ਰਹਿਣਗੇ, ਵਿਚਾਰ ਵੀ ਹਮੇਸ਼ਾ ਅਸ਼ੁੱਧ ਹੀ ਰਹਿਣਗੇ, ਜ਼ਿੰਦਗੀ ਵੀ ਹਮੇਸ਼ਾ ਅਸ਼ੁੱਧ ਹੀ ਹੁੰਦੀ ਹੈ। ਅਧਿਆਤਮ ਦੀ ਧਾਰਾ ਜਿਹੜੇ ਬਹੁਤ ਕਿਤੇ ਚਲੇ ਜਾਂਦੇ ਆ, ਜੋ ਵੱਡੇ ਲੋਕ, ਕੁਛ ਲੋਕ ਹੋਣਗੇ ਤਾਂ ਹੀ ਉਹਨਾਂ ਨੂੰ ਫਿਰ ਆਪਾਂ ਵੱਡੇ ਮੰਨਦੇ ਆਂਗੇ, ਜਿਹੜੇ ਵੀ ਲੋਕ ਵੱਡੇ ਹੁੰਦੇ ਆ ਸਮਾਜ 'ਚ। ਬਾਕੀ ਸਮਾਜ ਨੇ ਐਂ ਵਿਚਰਨਾ ਹੁੰਦਾ। ਤਾਂ ਉਹ ਜਿਹੜੇ ਸ਼ੁੱਧਤਾ ਲੱਭਦੇ ਲੋਕ ਆ, ਸ਼ੁੱਧਤਾ ਕਿਤੋਂ ਨਹੀਂ ਲੱਭਣੀਗੀ। ਪਰ ਇਹ ਗੱਲਾਂ ਨੂੰ ਠੀਕ ਕਿਵੇਂ ਕਰਨਾ, ਅਸੀਂ ਇੱਕ ਬੈਲੈਂਸ ਕਿਵੇਂ ਬਣਾਉਣਾ ਸੋਸਾਇਟੀ 'ਚ, ਅਸੀਂ ਇਹ ਗੱਲਾਂ ਦੇ ਉੱਤੇ ਕੰਮ ਕਿਵੇਂ ਕਰਨਾ, ਇਹ ਜ਼ਰੂਰੀ ਹੈ। ਪੁਲਿਸ ਵੀ ਕੰਮ ਕਰੇ, ਸਟੇਟ ਵੀ ਕੰਮ ਕਰੇ।